ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਆਪਣੇ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਅਸੀਂ ਸਮਾਜਿਕ ਸਿੱਖਿਆ ਨਾਲ ਸੰਬੰਧਿਤ 8ਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਸਭ ਤੋਂ ਪਹਿਲਾ ਪ੍ਰਸ਼ਨ ਸਕਰੀਨ ਤੇ ਤੁਹਾਡੇ ਸਾਹਮਣੇ ਹੈ, ਮੁਸਲਿਮ ਐਂਗਲੋ ਓਰੀਐਂਟਲ ਕਾਲਜ ਯੂਨੀਵਰਸਿਟੀ ਕਦੋਂ ਬਣਿਆ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਦੇਖ ਸਕਦੇ ਹੋ। ਇਸ ਸਵਾਲ ਦਾ ਸਹੀ ਜਵਾਬ ਹੈ ਜੀ 1920 ਵਿੱਚ ਮੁਸਲਿਮ ਐਂਗਲੋ ਓਰੀਐਂਟਲ ਕਾਲਜ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣਾਇਆ ਸਰ ਸੈयद ਅਹਿਮਦ ਖਾਨ ਨੇ ਇਸ ਦੀ ਸਥਾਪਨਾ ਕੀਤੀ ਸੀ। ਤੀਸਰਾ ਆਪਸ਼ਨ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ, ਪਾਰਥੀਨਸ ਨੂੰ ਡੈਸ਼ ਨਾਂ ਨਾਲ ਜਾਣਿਆ ਜਾਂਦਾ ਹੈ। ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜੇ ਪੱਲਵ ਨੇ ਇਹਨਾਂ ਨੂੰ ਪਾਰਥੀਨਸ ਵੀ ਕਿਹਾ ਜਾਂਦਾ ਹੈ, ਯਾਨੀ ਕਿ ਇਹਦਾ ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਪੱਲਵ ਜੋ ਦੱਖਣ ਦੇ ਸ਼ਾਸਕ ਰਹੇ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਸਾਰਕ ਅਧੀਨ ਕਿਹੜੇ ਦੇਸ਼ ਆਉਂਦੇ ਹਨ? ਦੱਖਣ ਏਸ਼ੀਆ ਦੇ ਦੇਸ਼, ਪੂਰਬ ਏਸ਼ੀਆ ਦੇ ਦੇਸ਼, ਯੂਰਪ ਦੇ ਦੇਸ਼ ਜਾਂ ਸਾਰੇ ਏਸ਼ੀਆਈ ਦੇਸ਼। ਜਿਹੜਾ ਸਾਰਕ ਹੈ SAARC, ਇਹਦਾ ਫੁੱਲ ਫਾਰਮ ਹੈ ਜੀ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ। ਇਹਦੇ ਵਿੱਚ 8 ਦੱਖਣ ਏਸ਼ੀਆ ਦੇ ਦੇਸ਼ ਆਉਂਦੇ ਹਨ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਸੰਵਿਧਾਨ ਦਾ ਕਿਹੜਾ ਹਿੱਸਾ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਦਾ ਆਦੇਸ਼ ਦਿੰਦਾ ਹੈ? ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਪ੍ਰਸਤਾਵਨਾ, ਮੌਲਿਕ ਅਧਿਕਾਰ ਜਾਂ ਸਥਾਨਕ ਲੋਕਤੰਤਰ ਅਧੀਨ। ਜਿਹੜਾ ਸੰਵਿਧਾਨ ਦਾ ਭਾਗ 9 ਹੈ, ਜਿਹਨੂੰ ਆਪਾਂ ਲੋਕਲ ਡੈਮੋਕ੍ਰੇਸੀ ਕਹਿੰਦੇ ਹਾਂ, ਇਹ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਦਾ ਆਦੇਸ਼ ਦਿੰਦਾ ਹੈ। ਚੌਥਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਰਾਹੀਂ ਛੂਤ-ਛਾਤ ਦੀ ਮਨਾਹੀ ਕਰਕੇ ਇਸ ਨੂੰ ਖਤਮ ਕੀਤਾ ਗਿਆ ਹੈ? ਅਨੁਛੇਦ 17, ਅਨੁਛੇਦ 16, ਅਨੁਛੇਦ 19 ਜਾਂ ਅਨੁਛੇਦ 20? ਇਸ ਸਵਾਲ ਦਾ ਸਹੀ ਜਵਾਬ ਹੈ ਜੀ ਅਨੁਛੇਦ 17। ਮੌਲਿਕ ਅਧਿਕਾਰਾਂ ਦੇ ਵਿੱਚੋਂ ਸਭ ਤੋਂ ਪਹਿਲਾ ਸਮਾਨਤਾ ਦਾ ਅਧਿਕਾਰ ਹੈ ਤੇ ਇਸ ਦੇ ਤਹਿਤ ਆਰਟੀਕਲ 17 ਦੇ ਵਿੱਚ ਛੂਤ-ਛਾਤ ਦਾ ਅੰਤ ਬਾਰੇ ਗੱਲ ਕੀਤੀ ਹੋਈ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ? ਸਮਾਨਤਾ, ਸੁਤੰਤਰਤਾ, ਨਿਆਂ ਜਾਂ ਤਾਨਾਸ਼ਾਹੀ? ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਤਾਨਾਸ਼ਾਹੀ ਸ਼ਬਦ ਨਹੀਂ ਹੈ। ਚੌਥਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਹੇਠ ਲਿਖੀਆਂ ਵਿੱਚੋਂ ਕਿਹੜੀ ਭਾਰਤ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਸਭ ਤੋਂ ਪਹਿਲਾਂ ਹੈ ਜਿਵੇਂ ਬਣਤਰ ਵਿੱਚ ਸੰਘਾਤਮਕ, ਜਿਹਨੂੰ ਆਪਾਂ ਫੈਡਰਲ ਕਹਿੰਦੇ ਹਾਂ, ਹਰ ਅਸਲ ਵਿੱਚ ਇਕਾਤਮਕ ਯਾਨੀ ਕਿ ਯੂਨਿਟਰੀ। ਉਸ ਤੋਂ ਬਾਅਦ ਸੰਸਦੀ ਸ਼ਾਸਨ ਪ੍ਰਣਾਲੀ, ਲੋਕਤੰਤਰੀ ਕੇਂਦਰੀਕਰਨ, ਲੋਕਤੰਤਰੀ ਸਮਾਜਵਾਦੀ, ਪ੍ਰਭੂਸੱਤਾ ਸੰਪੰਨ, ਧਰਮ ਨਿਰਪੱਖ ਤੇ ਗਣਤੰਤਰ। ਇੱਥੇ ਜਿਹੜਾ ਤੀਸਰਾ ਆਪਸ਼ਨ ਹੈ ਲੋਕਤੰਤਰੀ ਕੇਂਦਰੀਕਰਨ, ਯਾਨੀ ਕਿ ਡੈਮੋਕ੍ਰੇਟਿਕ ਸੈਂਟਰਲਾਈਜ਼ਡ, ਯਾਨੀ ਸਾਰੀਆਂ ਪਾਵਰਾਂ ਸੈਂਟਰ ਦੇ ਕੋਲ ਨੇ, ਇਹ ਸਾਡੇ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਸਕਰੀਨ ਤੇ ਅਗਲਾ ਪ੍ਰਸ਼ਨ ਹੈ ਜੀ, ਨਾਂਗਾ ਪਰਬਤ ਕਿੱਥੇ ਸਥਿਤ ਹੈ? ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਅਸਾਮ ਜਾਂ ਨਾਗਾਲੈਂਡ? ਜਿਹੜਾ ਨਾਂਗਾ ਪਰਬਤ ਹੈ ਇਹ ਜੰਮੂ ਅਤੇ ਕਸ਼ਮੀਰ ਦੇ ਵਿੱਚ ਸਥਿਤ ਹੈ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਜਲਵਾਯੂ ਦੇ ਆਧਾਰ ਨਾਲ ਖਜੂਰ, ਥੋਹਰ ਅਤੇ ਕੰਡੇਦਾਰ ਝਾੜੀਆਂ ਕਿਸ ਕਿਸਮ ਦੀ ਬਨਸਪਤੀ ਨਾਲ ਸੰਬੰਧਿਤ ਹਨ? ਡੈਲਟਾਈ, ਸਦਾਬਹਾਰ, ਪਤਝੜੀ ਜਾਂ ਮਾਰੂਥਲੀ? ਇਸ ਤਰ੍ਹਾਂ ਦੀ ਬਨਸਪਤੀ ਨੂੰ ਅਸੀਂ ਮਾਰੂਥਲੀ ਬਨਸਪਤੀ ਕਹਿੰਦੇ ਹਾਂ, ਕਿਉਂਕਿ ਇਸ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਖਜੂਰ, ਥੋਹਰ, ਕੰਡੇਦਾਰ ਝਾੜੀਆਂ ਇਸ ਕਿਸਮ ਦੀ ਬਨਸਪਤੀ ਆਉਂਦੀ ਹੈ। ਚੌਥਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਸਕਰੀਨ ਤੇ ਤੁਹਾਡੇ ਸਾਹਮਣੇ ਹੈ, ਚਾਹ ਦੀ ਖੇਤੀ ਲਈ ਲੋੜ ਹੈ ਗਰਮ ਜਲਵਾਯੂ ਅਤੇ ਜ਼ਿਆਦਾ ਵਰਖਾ, ਠੰਡਾ ਜਲਵਾਯੂ ਅਤੇ ਜ਼ਿਆਦਾ ਵਰਖਾ, ਠੰਡਾ ਜਲਵਾਯੂ ਅਤੇ ਘੱਟ ਵਰਖਾ, ਗਰਮ ਜਲਵਾਯੂ ਅਤੇ ਘੱਟ ਵਰਖਾ। ਦੇਖੋ ਜੀ, ਚਾਹ ਦੀ ਖੇਤੀ ਜ਼ਿਆਦਾ ਵਰਖਾ ਵਾਲੇ ਖੇਤਰ ਦੇ ਵਿੱਚ ਹੁੰਦੀ ਹੈ ਅਤੇ ਚਾਹ ਦੀ ਖੇਤੀ ਕਰਨ ਦੇ ਲਈ ਉਹਨੂੰ 12 ਤੋਂ 13 ਡਿਗਰੀ ਟੈਂਪਰੇਚਰ ਉਹਦੇ ਵਾਸਤੇ ਸਹੀ ਹੈ। ਇਹਦਾ ਮਤਲਬ ਦੂਸਰਾ ਆਪਸ਼ਨ ਬਿਲਕੁਲ ਸਹੀ ਹੈ, ਠੰਡਾ ਜਲਵਾਯੂ ਅਤੇ ਜ਼ਿਆਦਾ ਵਰਖਾ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਬਾਕਸਾਈਟ ਕਿਸ ਦੀ ਕੱਚੀ ਧਾਤ ਹੈ? ਲੋਹਾ ਅਤੇ ਇਸਪਾਤ, ਤਾਂਬਾ, ਐਲੂਮੀਨੀਅਮ ਜਾਂ ਅਬਰਕ? ਜਿਹੜੀ ਬਾਕਸਾਈਟ ਹੈ ਇਹ ਐਲੂਮੀਨੀਅਮ ਦੀ ਕੱਚੀ ਧਾਤ ਹੈ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ? ਸ਼ਾਂਤ ਮਹਾਸਾਗਰ, ਅੰਧ ਮਹਾਸਾਗਰ, ਹਿੰਦ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ? ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਛੋਟਾ ਮਹਾਸਾਗਰ ਹੈ ਆਰਕਟਿਕ ਮਹਾਸਾਗਰ ਅਤੇ ਸਭ ਤੋਂ ਵੱਡਾ ਹੈ ਪੈਸੀਫਿਕ ਮਹਾਸਾਗਰ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਚਾਵਲ ਯਾਨੀ ਕਿ ਝੋਨਾ ਮੁੱਖ ਤੌਰ 'ਤੇ ਕਿਹੋ ਜਿਹੇ ਜਲਵਾਯੂ ਵਾਲੇ ਖੇਤਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ? ਗਰਮ ਅਤੇ ਤਰ ਖੇਤਰ, ਬਹੁਤ ਹੀ ਠੰਡੇ ਖੇਤਰ, ਬਹੁਤ ਹੀ ਖੁਸ਼ਕ ਖੇਤਰ ਜਾਂ ਮਾਰੂਥਲੀ ਖੇਤਰ? ਜਿਹੜਾ ਝੋਨਾ ਹੈ ਇਹ ਗਰਮ ਅਤੇ ਤਰ ਖੇਤਰ
ਵਾਲੀ ਜਲਵਾਯੂ ਵਿੱਚ ਪੈਦਾ ਕੀਤਾ ਜਾਂਦਾ ਹੈ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਆਪਾਂ ਕਰ ਚੁੱਕੇ ਹਾਂ। ਇਸ ਤੋਂ ਅਗਲਾ ਪ੍ਰਸ਼ਨ ਹੈ ਜੀ, ਓਜ਼ੋਨ ਪਰਤ ਕਿਹੜੇ ਮੰਡਲ ਵਿੱਚ ਪਾਈ ਜਾਂਦੀ ਹੈ? ਤਾਪ ਮੰਡਲ, ਸਮਤਾਪ ਮੰਡਲ, ਅਸ਼ਾਂਤੀ ਮੰਡਲ ਜਾਂ ਬਾਹਰੀ ਮੰਡਲ? ਜਿਹੜਾ ਧਰਤੀ ਦੇ ਵਾਯੂਮੰਡਲ ਦਾ ਸਮਤਾਪ ਮੰਡਲ ਹੈ, ਇਹਦੇ ਵਿੱਚ 15 ਤੋਂ ਲੈ ਕੇ 40 ਕਿਲੋਮੀਟਰ ਦੇ ਵਿੱਚ ਓਜ਼ੋਨ ਪਰਤ ਪਾਈ ਜਾਂਦੀ ਹੈ। ਇਸੇ ਪਰਤ ਦੇ ਵਿੱਚ ਪਲੇਨ ਉੱਡਦੇ ਨੇ ਅਤੇ ਓਜ਼ੋਨ ਪਰਤ ਸਾਨੂੰ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਤੋਂ ਬਚਾਉਂਦੀ ਹੈ। ਅਗਲਾ ਪ੍ਰਸ਼ਨ ਹੈ ਜੀ, ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਹੜਾ ਹੈ? ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਲੁਧਿਆਣਾ ਹੈ। ਇੱਥੇ ਮੈਂ ਜਿਹੜੇ ਦਿੱਤੇ ਹੋਏ ਆਪਸ਼ਨ ਨੇ ਉਹਨਾਂ ਦੇ ਵਿੱਚੋਂ ਗੱਲ ਕਰ ਰਿਹਾ। ਉਸ ਤਰ੍ਹਾਂ ਜਿਹੜੇ ਪ੍ਰਦੂਸ਼ਿਤ ਸ਼ਹਿਰ ਦੀ ਕੈਟਾਗਰੀ ਦੇ ਵਿੱਚ ਸ਼ਹਿਰ ਬਦਲਦੇ ਰਹਿੰਦੇ ਨੇ। ਅੱਜ ਕੱਲ੍ਹ ਹਵਾ ਦਾ ਕਾਫੀ ਮਾਹੌਲ ਖਰਾਬ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਸੁਨਾਮੀ ਕਿਸ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ? ਚੀਨੀ, ਜਾਪਾਨੀ, ਅੰਗਰੇਜ਼ੀ ਜਾਂ ਸੰਸਕ੍ਰਿਤ? ਜਿਹੜਾ ਸੁਨਾਮੀ ਹੈ ਇਹ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੁੰਦਾ ਹੈ ਜੀ, ਜਾਪਾਨ ਦੇ ਵਿੱਚ ਇਹਦਾ ਅਰਥ ਹੈ ਹਾਰਬਰ ਵੇਵ, ਯਾਨੀ ਕਿ ਬਹੁਤ ਵੱਡੀਆਂ ਲਹਿਰਾਂ, ਜਿਸ ਨੂੰ ਅਸੀਂ ਸੁਨਾਮੀ ਕਹਿੰਦੇ ਹਾਂ। ਇਹ ਸਮੁੰਦਰ ਦੇ ਵਿੱਚ ਕੋਈ ਭੂਚਾਲ ਆਉਂਦਾ ਹੈ ਜਾਂ ਕੋਈ ਜਵਾਲਾਮੁਖੀ ਫੁੱਟਦਾ ਹੈ, ਉਹਦੇ ਕਰਕੇ ਬਣਦੀ ਹੈ। ਇਹਦੇ ਬਾਰੇ ਆਪਾਂ ਜਾਣਦੇ ਹਾਂ। ਸਕਰੀਨ 'ਤੇ ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਤਾਂਬੇ ਨਾਲ ਮਿਲਾ ਕੇ ਕਾਂਸੇ ਦੀ ਧਾਤੂ ਬਣਾਈ ਜਾਂਦੀ ਹੈ? ਜੋ ਕਾਂਸਾ ਹੁੰਦਾ ਹੈ ਇਹਦੇ ਵਿੱਚ 88% ਤਾਂਬਾ ਹੁੰਦਾ ਹੈ ਅਤੇ 12% ਇਹਦੇ ਵਿੱਚ ਟਿਨ ਨੂੰ ਮਿਲਾਇਆ ਜਾਂਦਾ ਹੈ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਪਰਮਾਣੂ ਖਣਿਜ ਪਦਾਰਥ ਹੈ? ਲੋਹਾ, ਅਬਰਕ, ਥੋਰੀਅਮ ਜਾਂ ਮੈਗਨੀਸ਼ੀਅਮ? ਸਾਨੂੰ ਪਤਾ ਹੈ ਜੀ, ਜਿਹੜਾ ਥੋਰੀਅਮ ਹੈ ਉਹ ਇੱਕ ਰੇਡੀਓ ਐਕਟਿਵ ਪਦਾਰਥ ਹੈ, ਜਿਹਨੂੰ ਆਪਾਂ ਪਰਮਾਣੂ ਖਣਿਜ ਪਦਾਰਥ ਵੀ ਕਹਿੰਦੇ ਹਾਂ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਧੂੰ ਧੁੰਦ ਕਿਸ ਦਾ ਸੁਮੇਲ ਹੈ? ਵਾਯੂ ਅਤੇ ਜਲ ਵਾਸ਼ਪ, ਵਾਯੂ ਅਤੇ ਪਾਣੀ, ਪਾਣੀ ਅਤੇ ਧੂੰਆਂ, ਧੂੰਆਂ ਅਤੇ ਧੁੰਦ? ਧੂੰ ਧੁੰਦ ਜਿਸ ਨੂੰ ਆਪਾਂ ਸਮੋਗ ਦੇ ਨਾਂ ਨਾਲ ਵੀ ਜਾਣਦੇ ਹਾਂ, ਇਹ ਧੂੰਆਂ ਅਤੇ ਧੁੰਦ ਦਾ ਮਿਸ਼ਰਣ ਹੁੰਦਾ ਹੈ, ਪੋਲੂਸ਼ਨ ਦਾ ਇੱਕ ਟਾਈਪ ਹੈ। ਅਗਲਾ ਪ੍ਰਸ਼ਨ ਹੈ ਜੀ, ਗਠਬੰਧਨ ਵਾਲੀ ਸਰਕਾਰ ਕਿਸ ਨੂੰ ਆਖਦੇ ਹਨ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਆਪਾਂ ਪੜ੍ਹ ਸਕਦੇ ਹਾਂ। ਸਾਨੂੰ ਪਤਾ ਹੈ ਜੀ, ਜੋ ਕਈ ਦਲਾਂ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੋਵੇ ਉਸ ਨੂੰ ਗਠਬੰਧਨ ਵਾਲੀ ਸਰਕਾਰ ਕਹਿੰਦੇ ਆ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਪੰਜਾਬ ਲੋਕ ਸਭਾ ਅਤੇ ਰਾਜ ਸਭਾ ਵਿੱਚ ਕਿੰਨੇ ਮੈਂਬਰ ਭੇਜਦਾ ਹੈ? ਇਸ ਪ੍ਰਸ਼ਨ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਲੋਕ ਸਭਾ ਦੇ ਵਿੱਚ 13 ਅਤੇ ਰਾਜ ਸਭਾ ਵਿੱਚ 7 ਮੈਂਬਰ ਭੇਜਦਾ ਹੈ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਧਨ ਬਿੱਲ ਪੇਸ਼ ਕੀਤਾ ਜਾਂਦਾ ਹੈ, ਜਿਹਨੂੰ ਆਪਾਂ ਮਨੀ ਬਿੱਲ ਵੀ ਕਹਿੰਦੇ ਹਾਂ, ਕੇਵਲ ਰਾਜ ਸਭਾ ਵਿੱਚ, ਕੇਵਲ ਲੋਕ ਸਭਾ ਵਿੱਚ, ਦੋਨਾਂ ਸਦਨਾਂ ਵਿੱਚ ਜਾਂ ਕੇਵਲ ਅਦਾਲਤ ਵਿੱਚ? ਜਿਹੜਾ ਧਨ ਬਿੱਲ ਹੈ ਉਹ ਕੇਵਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਦੂਸਰਾ ਆਪਸ਼ਨ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਚੰਦਰਗੁਪਤ ਮੌਰੀਆ ਰਾਜਗੱਦੀ 'ਤੇ ਕਦੋਂ ਬੈਠਿਆ? 297 BC, 270 AD, 297 AD ਜਾਂ 270 BC? ਚੰਦਰਗੁਪਤ ਮੌਰੀਆ ਦਾ ਜਿਹੜਾ ਰਾਜ ਸੀ ਉਹ BC ਦੇ ਵਿੱਚ ਰਿਹਾ। 297 BC ਅਤੇ 270 BC 'ਚੋਂ ਕੋਈ ਇੱਕ ਹੋ ਸਕਦਾ ਹੈ, ਪਰ ਅਸਲ ਦੇ ਵਿੱਚ ਜਿਹੜਾ ਚੰਦਰਗੁਪਤ ਮੌਰੀਆ ਰਾਜਗੱਦੀ 'ਤੇ ਬੈਠਾ ਸੀ ਉਹ 324 ਜਾਂ 321 BC ਦੇ ਵਿਚਕਾਰ ਬੈਠਾ ਹੈ ਅਤੇ ਉਸ ਦਾ ਰਾਜ 297 BC ਤੱਕ ਰਿਹਾ ਹੈ। ਉਸ ਤੋਂ ਬਾਅਦ ਬਿੰਦੂਸਾਰ ਨੇ ਰਾਜ ਨੂੰ ਸੰਭਾਲਿਆ। ਆਪਸ਼ਨ ਦੇ ਅਕੋਰਡਿੰਗ ਇੱਥੇ ਅਸੀਂ 297 ਨੂੰ ਟਿਕ ਕਰ ਸਕਦੇ ਹਾਂ। ਅਗਲਾ ਪ੍ਰਸ਼ਨ ਹੈ ਜੀ, ਹੈਦਰਾਬਾਦ ਰਾਜ ਦੀ ਨੀਂਹ ਕਿਸ ਨੇ ਰੱਖੀ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਵੈਸੇ ਤਾਂ ਜਿਹੜਾ ਹੈਦਰਾਬਾਦ ਰਾਜ ਹੈ ਇਹਦੀ ਨੀਂਹ 1591 ਦੇ ਵਿੱਚ ਕੁਤਬ ਸ਼ਾਹੀ ਵੰਸ਼ ਦੇ 5ਵੇਂ ਸੁਲਤਾਨ ਨੇ ਰੱਖੀ ਸੀ, ਪਰ ਇੱਥੇ ਨਿਜ਼ਾਮ ਆਫ ਹੈਦਰਾਬਾਦ ਦੀ ਗੱਲ ਕੀਤੀ ਗਈ ਹੈ। ਨਿਜ਼ਾਮ ਉਲ ਮਲਿਕ ਦਾ ਸੰਬੰਧ ਹੈਦਰਾਬਾਦ ਰਾਜ ਦੀ ਨੀਂਹ ਰੱਖਣ ਨਾਲ ਹੈ। ਅਜੋਕੇ ਹੈਦਰਾਬਾਦ ਦੀ ਗੱਲ ਕਰ ਰਹੇ ਹਾਂ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਭਾਰਤੀ ਸੰਸਦ ਬੇਸਹਾਰਾ ਨਾਗਰਿਕਾਂ ਦੀ ਸਹਾਇਤਾ ਕਰਦੀ ਹੈ, ਕਾਨੂੰਨ ਬਣਾਉਣ ਵਾਲੀ ਸੰਸਥਾ ਹੈ, ਸਮਾਜਿਕ ਸੁਰੱਖਿਆ ਯਕੀਨੀ ਬਣਾਉਂਦੀ ਹੈ, ਬੱਚਿਆਂ ਦੇ ਵਿਕਾਸ ਲਈ ਭਵਨ ਖੋਲ੍ਹਦੀ ਹੈ? ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਸੰਸਦ ਕਾਨੂੰਨ ਬਣਾਉਣ ਵਾਲੀ ਸੰਸਥਾ ਹੈ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਭਾਰਤ ਵਿੱਚ ਹਿਊਨ ਸਾਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਕੀ ਕਿਹਾ ਜਾਣ ਲੱਗਾ? ਆਰਿਆਵਰਤ, ਇੰਡਸ, ਇੰਡੂ ਜਾਂ ਹੋਡੂ? ਜਿਹੜਾ ਹਿਊਨ ਸਾਂਗ ਸੀ ਉਹ ਇੱਕ ਚਾਈਨੀਜ਼ ਬੋਧੀ ਯਾਤਰੀ ਸੀ, ਜਿਹੜਾ ਹਰਸ਼ਵਰਧਨ ਦੇ ਸਮੇਂ ਭਾਰਤ ਆਇਆ ਸੀ। ਲਗਭਗ 7ਵੀਂ ਸਦੀ ਦੀ ਗੱਲ ਹੈ। ਇਹਦਾ ਸਹੀ ਜਵਾਬ ਹੈ ਜੀ ਇੰਡੂ। ਅਗਲਾ ਪ੍ਰਸ਼ਨ ਹੈ ਜੀ, ਲੈਪਸ ਦੀ ਨੀਤੀ ਕਿਸ ਨੇ ਚਲਾਈ ਸੀ? ਲੈਪਸ ਦੀ ਨੀਤੀ ਲਾਰਡ ਡਲਹੌਜੀ ਨੇ ਚਲਾਈ ਸੀ। ਅਗਲਾ ਪ੍ਰਸ਼ਨ ਸਕਰੀਨ 'ਤੇ ਤੁਹਾਡੇ ਸਾਹਮਣੇ ਹੈ। ਅਗਲਾ ਪ੍ਰਸ਼ਨ ਹੈ ਜੀ, ਕਿਸ ਭਾਰਤੀ ਨੇਤਾ ਨੇ 562 ਦੇਸੀ ਰਿਆਸਤਾਂ ਜਾਂ ਰਾਜਿਆਂ ਨੂੰ ਇਕੱਠਾ ਕਰਕੇ ਭਾਰਤ ਵਿੱਚ ਸ਼ਾਮਲ ਕਰਨ ਦਾ ਕਾਰਜ ਕੀਤਾ ਸੀ? ਇਸ ਦਾ ਸਹੀ ਜਵਾਬ ਹੈ ਜੀ ਸਰਦਾਰ ਵੱਲਭ ਭਾਈ ਪਟੇਲ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ,
1857 ਈਸਵੀ ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ ਸੀ? ਬੈਰਕਪੁਰ, ਦਿੱਲੀ, ਕਾਨਪੁਰ, ਲਖਨਊ। ਜੋ 1857 ਦਾ ਵਿਦਰੋਹ ਹੈ ਉਹ ਬੈਰਕਪੁਰ ਤੋਂ ਸ਼ੁਰੂ ਹੋਇਆ ਸੀ, ਜਦੋਂ ਮੰਗਲ ਪਾਂਡੇ ਨੇ 2 ਅੰਗਰੇਜ਼ ਅਫਸਰਾਂ ਨੂੰ ਮਾਰ ਦਿੱਤਾ ਸੀ ਅਤੇ ਬਾਕੀ ਸਿਪਾਹੀਆਂ ਨੇ ਮੰਗਲ ਪਾਂਡੇ ਨੂੰ ਗ੍ਰਿਫਤਾਰ ਕਰਨ ਤੋਂ ਮਨਾ ਕਰ ਦਿੱਤਾ ਸੀ। ਉਸ ਵੇਲੇ ਵਾਇਸਰਾਏ ਸੀ ਲਾਰਡ ਕੈਨਿੰਗ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਕਿਸ ਨੇ ਨੀਵੀਂ ਜਾਤੀ ਦੀਆਂ ਲੜਕੀਆਂ ਲਈ ਪੂਨੇ ਵਿੱਚ 3 ਸਕੂਲ ਖੋਲ੍ਹੇ ਸਨ? ਵੀਰ ਸਲਿੰਗਮ, ਜੋਤੀਬਾ ਫੂਲੇ, ਪਰਿਆਰ ਰਾਮਾਸਵਾਮੀ, ਡਾਕਟਰ ਭੀਮ ਰਾਓ ਅੰਬੇਦਕਰ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਜੋਤੀਬਾ ਫੂਲੇ, ਜੋ ਮਹਾਰਾਸ਼ਟਰ ਤੋਂ ਹਨ। ਇਹ 19ਵੀਂ ਸਦੀ ਦੇ ਮਹਾਨ ਸਮਾਜ ਸੁਧਾਰਕ ਹਨ। ਉਹਨਾਂ ਨੇ ਨੀਵੀਂ ਜਾਤੀ ਦੀਆਂ ਕੁੜੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਸੀ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ, ਜੋਤੀਬਾ ਫੂਲੇ। ਉਮੀਦ ਹੈ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ। ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਬਹੁਤ ਜਲਦੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਸਾਡੀਆਂ ਪੁਰਾਣੀਆਂ ਵੀਡੀਓ ਜ਼ਰੂਰ ਦੇਖਿਓ। ਤੁਹਾਡੀ ਕਾਫੀ ਹੈਲਪ ਹੋਏਗੀ। ਆਲ ਦੀ ਬੈਸਟ।